ਕਲਗੀ ਵਾਲਿਆ ਕੌਮ ਦੇ ਸ਼ਹਿਨਸ਼ਾਹ, ਮਿਲਦੀ ਜੱਗ ਵਿੱਚ ਤੇਰੀ ਮਿਸਾਲ ਕੋਈ ਨਾ। ਪੰਥ ਸਾਜਿਆ ਖੰਡੇ ਦੀ ਧਾਰ ਵਿੱਚੋਂ, ਇਹੋ ਜਿਹਾ ਵੀ ਡਿਠਾ ਕਮਾਲ ਕੋਈ ਨਾ। ਆਪੇ ਗੁਰੂ ਤੇ ਆਪੇ ਹੀ ਬਣੇ ਚੇਲਾ, ਤੇਰੇ ਜਿਹਾ ਵੀ ਦੀਨ ਦਿਆਲ ਕੋਈ ਨਾ। ਸਭ ਕੁਝ ਵਾਰ ਕੇ ਵੀ ਖਿੜ ਖਿੜ ਹੱਸਦਾ ਰਹੇ, ਐਸਾ ਮਾਂ ਨੇ ਜੰਮਿਆ ਲਾਲ ਕੋਈ ਨਾ। ਐਸਾ ਮਾਂ ਨੇ ਜੰਮਿਆ ਲਾਲ ਕੋਈ ਨਾ। ਅੰਮ੍ਰਿਤ ਦੇ ਕੇ ਕਿਹਾ ਦਸ਼ਮੇਸ਼ ਗੁਰ ਜੀ, ਜੋ ਬਖਸ਼ੀਆਂ ਤੁਹਾਨੂੰ ਸਰਦਾਰੀਆਂ ਨੇ। ਕੰਗਾ ਫੇਰਦੇ ਸਦਾ ਇਹ ਯਾਦ ਰੱਖਣਾ, ਕਦੇ ਫਿਰਨੀਆਂ ਸਿਰਾਂ ਤੇ ਆਰੀਆਂ ਨੇ। ਕਸ਼ ਕੀ ਹੈ ਜੱਤ ਤੇ ਸੱਤ ਵਾਲਾ, ਦੇ ਦਿੱਤੀਆਂ ਬਰਕਤਾਂ ਸਾਰੀਆਂ ਨੇ। ਹੱਥ ਉੱਠੇ ਨਾ ਕਿਸੇ ਮਜਲੂਮ ਉੱਤੇ, ਕੜਾ ਨਹੀਂ ਏ ਕੜੀਆਂ ਗਈਆਂ ਮਾਰੀਆਂ ਨੇ। ਅਨੰਦਪੁਰ ਦੀ ਧਰਤੀ ਤੇ ਸਤਿਗੁਰ ਅਜਬ ਕਰਿਸ਼ਮਾ ਕਰਿਆ, ਗੈਰਤ ਨਾਲ ਜੀਵਨ ਦਾ ਜਜ਼ਬਾ ਮਰਦਾਂ ਦੇ ਦਿਲ ਭਰਿਆ। ਜੁਗਾਂ ਤੱਕ ਕਾਇਮ ਰਹੂ ਉਸ ਦੀ ਰਹਿਮਤ ਦਾ ਵਰਤਾਰਾ, ਖੰਡੇ ਦੀ ਧਾਰ ਵਿੱਚੋਂ ਸਾਜਾ ਸਤਿਗੁਰ ਪੰਥ ਨਿਆਰਾ। ਅਨੰਦਪੁਰ ਦੀ ਧਰਤੀ ਤੇ ਸਤਿਗੁਰ ਅਜਬ ਕਰਿਸ਼ਮਾ ਕਰਿਆ, ਗੈਰਤ ਨਾਲ ਜੀਵਨ ਦਾ ਜਜ਼ਬਾ ਮਰਦਾਂ ਦੇ ਦਿਲ ਭਰਿਆ। ਜੁਗਾਂ ਤੱਕ ਕਾਇਮ ਰਹੂ ਉਸ ਦੀ ਰਹਿਮਤ ਦਾ ਵਰਤਾਰਾ, ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥ ਨਿਆਰਾ। ਆਖਿਆ ਮਰਜੂੜਿਆਂ ਨੂੰ ਪਰਚਾ ਕੱਢਣ ਸਿਦਕ ਦਾ ਪਾ ਕੇ, ਉਠੋ ਸਿਰ ਭੇਟ ਕਰੋ ਚੰਡੀ ਅਣਖ ਭਰੀ ਚਮਕਾ ਕੇ। ਜਿਲ ਤਲੀ ਟਕਾ ਕੇ ਤੇ ਪੰਜਾ ਜਿੱਤ ਲਿਆ ਪ੍ਰੀਤਮ ਪਿਆਰਾ, ਪੰਜਾ ਜਿੱਤ ਲਿਆ ਪ੍ਰੀਤਮ ਪਿਆਰਾ। ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥ ਨਿਆਰਾ। ਕਰ ਜੀਵਤ ਮੁਰਦਿਆਂ ਨੂੰ ਸਤਿਗੁਰ ਖੇਡੀ ਖੇਡਣ ਰਾਲੀ, ਉਸ ਰੱਬ ਦੀ ਮੌਜ ਵਿੱਚੋਂ ਪ੍ਰਗਟ ਕੀਤੀ ਬੋਝ ਅਕਾਲੀ। ਇਸ ਖੇਡ ਅਗੰਮੀ ਨੂੰ ਤੱਕਦਾ ਰਹਿ ਗਿਆ ਆਲਮ ਸਾਰਾ, ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥ ਨਿਆਰਾ। ਆਖਿਆ ਸਭ ਵਰਨਾਂ ਨੂੰ ਪੂਜਾ ਇੱਕ ਮਾਲਕ ਦੀ ਕਰਨੀ, ਛੱਡ ਝਗੜੇ ਜਾਤਾਂ ਦੇ ਦਿਲ ਵਿੱਚ ਟੇਕ ਭਲੇ ਦੀ ਧਰਨੀ। ਸਭਨਾ ਦਾ ਸਾਂਝਾ ਹੈ ਜਿਸ ਨੇ ਰਚਿਆ ਜਗਤ ਪਸਾਰਾ, ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥ ਨਿਆਰਾ। ਨਿਤਨੇਮ ਬਾਣੀਆਂ ਦਾ ਨਿਤ ਉੱਠ ਅੰਮ੍ਰਿਤ ਵੇਲੇ ਕਰਨਾ, ਨਿਤ
ਨਿਤਨੇਮ ਬਾਣੀਆਂ ਦਾ ਨਿਤ ਉਠ ਅੰਮ੍ਰਿਤ ਵੇਲੇ ਕਰਨਾ ਅਗ ਬਲਦੀ ਵਿਸ਼ਿਆਂ ਦੀ ਉੱਕਾ ਪੈ ਨੀ ਉਦਰ ਧਰਨਾ ਬਿਨ ਸੇਵਾ ਸਿਮਰਨ ਦੇ ਬਿਨ ਸੇਵਾ ਸਿਮਰਨ ਦੇ ਮਾਨਸ ਬਣਦਾ ਨਹੀਂ ਸਚਿਆਰਾ ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥ ਨਿਆਰਾ ਉਹ ਨਹੀਂ ਡਰਨਾ ਯਾਵਰ ਤੋਂ ਬਣਨਾ ਦੀਨ ਦੁਖੀ ਦੇ ਦਰਦੀ ਜਗੋਂ ਵੱਖਰਾ ਰੂਪ ਦਿਸੇ ਬਖਸ਼ੀ ਪੰਜ ਕਕਾਰੀ ਵਰਦੀ ਏ ਤਾਜ ਹੈ ਗੈਰਤ ਦਾ ਸੋਹਣਾ ਸਿਰ ਸਜਿਆ ਦਸਤਾਰਾ ਸੋਹਣਾ ਸਿਰ ਸਜਿਆ ਦਸਤਾਰਾ ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥ ਨਿਆਰਾ ਜਜਮਿਆਂ ਦੇ ਸਾਗਰ ਨੂੰ ਰਿੜਕਿਆ ਸਿਦਕ ਮਦਾਨਾ ਪਾ ਕੇ ਕਟਿਆ ਪੰਜ ਰਤਨਾਂ ਨੂੰ ਤਿੱਖੀਆਂ ਧਾਰਾਂ ਤੇ ਅਜਮਾ ਕੇ ਤੇ ਧੜਕੇ ਬਾਜਾਂ ਦੇ ਮਾਰਿਆ ਜਦ ਚਿੜੀਆਂ ਲਲਕਾਰਾ ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥ ਨਿਆਰਾ ਅਨੰਦਪੁਰ ਦੀ ਧਰਤੀ ਤੋਂ ਅਨੰਦਪੁਰ ਦੀ ਧਰਤੀ ਤੋਂ ਸੂਰਜ ਉਦੇ ਆਜ਼ਾਦੀ ਹੋਇਆ ਤੱਕ ਮੁਰਦ ਸਰੀਰਾਂ ਚੋਂ ਮੁੜਕਾ ਅਜ ਗੈਰਤ ਦਾ ਚੋਇਆ ਜ਼ਿੰਦਗੀ ਦੀਆਂ ਪਿੰਗਾਂ ਨੂੰ ਚੜ ਗਿਆ ਅਣਖੀ ਜੋਸ਼ ਹਲਾਰਾ ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥ ਨਿਆਰਾ ਡਰ ਲੱਥ ਗਿਆ ਮਰਨੇ ਦਾ ਭਰਦੀ ਗੈਰਤ ਪਈ ਅੰਗੜਾਈਆਂ ਭਰਦੀ ਗੈਰਤ ਪਈ ਅੰਗੜਾਈਆਂ ਯਾਬਰ ਨੂੰ ਘੂਰ ਰਹੀਆਂ ਮਰਦਾਂ ਗਲ ਸ਼ਮਸ਼ੀਰਾਂ ਪਾਈਆਂ ਕਰ ਅੰਬਰੀ ਨੂਰ ਗਿਆ ਕਰ ਅੰਬਰੀ ਨੂਰ ਗਿਆ ਅਰਸ਼ੀ ਬਿਜਲੀ ਦਾ ਚਮਕਾਰਾ ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥ ਨਿਆਰਾ ਇਸ ਅਮਰ ਵਸਾਕੀ ਦੀ ਭਰਦਾ ਰਹੂ ਇਤਿਹਾਸ ਗਵਾਹੀ ਸੋਹਣਾ ਕੁਲ ਆਲਮ ਤੋਂ ਕਲਗੀ ਧਰਦਾ ਸੰਤ ਸਿਪਾਹੀ ਕਣਵਨ ਜਹੀਰਿਆਂ ਦਾ ਭਾਗੋ ਵਾਲੀਆ ਬਣ ਬਣ ਯਾਰਾ ਭਾਗੋ ਵਾਲੀਆ ਬਣ ਬਣ ਯਾਰਾ ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥ ਨਿਆਰਾ ਲਉ ਲਿਬੜੀ ਸ਼ਮਸ਼ੀਰ ਦੀ ਧਾਰ ਦੱਸੇ ਭਾਣਾ ਵਰਤਿਆ ਹੋਇਆ ਕਮਾਲ ਉਥੇ ਅਜਰਾਈਲ ਫਰਿਸ਼ਤਾ ਕੰਬ ਉਠਾ ਹੱਥ ਜੋੜ ਕੇ ਖੜਾ ਸੀ ਕਾਲ ਉਥੇ ਤਵਾਰੀਕ ਥਿੜਕੀ ਕਹਿੰਦੀ ਸੱਚ ਹੈ ਸਿਰਾਂ ਧੜਾਂ ਦੀ ਵੇਖੀ ਮੈਂ ਪਾਲ ਉਥੇ ਭਾਗੋ ਵਾਲੀਆ ਜਦੋਂ ਦਸ਼ਮੇਸ਼ ਗੁਰ ਨੇ ਦਿੱਤੇ ਮਾਰ ਕੇ ਪੰਜ ਜਵਾਲ ਉਥੇ ਆਨੰਦਪੁਰ ਦੀ ਧਰਤੀ ਉੱਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸੰਸਾਰ ਦੀ ਉਹ ਕਰਾਮਾਤ ਕੀਤੀ ਜਿਸ ਨੂੰ ਤਵਾਰੀਖ ਦੇ ਅੰਦਰ ਖਾਲਸਾ ਪੰਥ ਦੀ ਸਿਰਜਣਾ ਦੇ ਨਾਂ ਨਾਲ ਯਾਦ ਕੀਤਾ ਗਿਆ ਔਰ ਉਸ ਪਾਵਨ ਪਵਿੱਤਰ ਯਾਦ ਨੂੰ ਸਮਰਪਿਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਸਦਕਾ ਚੱਲਦੀ ਹੋਈ ਪ੍ਰੋਗਰਾਮਾਂ ਦੀ ਲੜੀ ਗੁਰਦੁਆਰਾ ਦਸ਼ਮੇਸ਼ ਦਰਬਾਰ ਸ਼ਹੀਦਾਂ ਸਰੀ ਕੈਨੇਡਾ ਵੱਲੋਂ ਉਸ ਲੜੀ ਦੇ ਅਧੀਨ ਅੱਜ ਦੇ ਪ੍ਰੋਗਰਾਮ ਵਿੱਚ ਆਪ ਜੀ ਦੀ ਸੇਵਾ ਵਿੱਚ ਸਾਰੇ ਬੁਲਾਰੇ ਹਾਜ਼ਰ ਨੇ ਆਓ ਹੁਣ ਕੁਈਸ਼ਰ ਜਥੇ ਦਾ ਸਮਾਂ ਤੇ ਸਾਡੇ ਨਾਲ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਸਰਬੱਤ ਮਾਈ ਭਾਈ ਗੁਰੂ ਰੂਪ ਖਾਲਸਾ ਜੀ ਕਿਰਪਾ ਕਰੋ ਚੜ੍ਹਦੀ ਕਲਾ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਦ ਰੱਖੋ ਖਾਲਸਾ ਜੀ ਇਹ ਇੱਕ ਮਹਾਨ ਇਨਕਲਾਬੀ ਘਟਨਾ ਸੀ ਜਿਸ ਨੇ ਹਿੰਦੁਸਤਾਨ ਦੇ ਲੋਕਾਂ ਦੇ ਦਿਲਾਂ ਅੰਦਰ ਗੈਰਤ ਨਾਲ ਜ਼ਿੰਦਗੀ ਜਿਉਣ ਦਾ ਜਜ਼ਬਾ ਭਰ ਦਿੱਤਾ ਜਿਹੜੇ ਲੋਕ ਤਲਵਾਰਾਂ ਨੂੰ ਵੇਖ ਕੇ ਸਿਰ ਨੀਵਾਂ ਕਰਕੇ ਬੈਠ ਜਾਇਆ ਕਰਦੇ ਸਨ ਉਹ ਤਲਵਾਰਾਂ ਦੀਆਂ ਧਾਰਾਂ ਉੱਤੇ ਨੱਚਣ ਵਾਸਤੇ ਤਿਆਰ ਹੋ ਪਏ ਜਿਹੜੇ ਲੋਕ ਗੁਲਾਮੀ ਨੂੰ ਆਪਣੀ ਤਕਦੀਰ ਦਾ ਹਿੱਸਾ ਮੰਨ ਕੇ ਬੈਠੇ ਸੀ ਉਹ ਗੁਲਾਮੀ ਦੇ ਵਿਰੁੱਧ
ਮੈਦਾਨੇ ਜੰਗ ਵਿੱਚ ਲੜਨ ਵਾਸਤੇ ਤਿਆਰ ਹੋ ਪਏ। ਜਿਹੜੇ ਲੋਕ ਸਮਾਜ ਨਾਲੋਂ ਕੱਟ ਦਿੱਤੇ ਗਏ ਕਿ ਇਹਨਾਂ ਦੀ ਯਾਦ ਨੀਵੀਂ ਹੈ, ਜਦ ਉਹ ਖਾਲਸਾ ਪੰਥ ਦਾ ਹਿੱਸਾ ਬਣ ਗਏ, ਉਹਨਾਂ ਦੇ ਅੰਦਰ ਇੱਕ ਨਵਾਂ ਜਜ਼ਬਾ, ਇੱਕ ਨਵਾਂ ਜ਼ਿੰਦਗੀ ਜਿਉਣ ਦਾ ਢੰਗ ਔਰ ਜ਼ਿੰਦਗੀ ਨੂੰ ਮਾਨਣ ਦਾ ਰੁਤਬਾ ਉਹਨਾਂ ਨੇ ਮਹਿਸੂਸ ਕੀਤਾ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਇਸ ਵੱਡੀ ਕਾਰਵਾਈ ਨੇ, ਇਸ ਵੱਡੇ ਕ੍ਰਿਸ਼ਮੇ ਨੇ ਸੰਸਾਰ ਵਿੱਚ ਹਲਚਲ ਮਚਾ ਕੇ ਰੱਖ ਦਿੱਤੇ। ਇਤਿਹਾਸ ਕਹਿੰਦਾ ਹੈ ਪਹਿਲੇ ਦਿਨ ਹੀ 20,000 ਦੇ ਕਰੀਬ ਲੋਕ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਏ। ਜਥੇ ਬਣਦੇ ਗਏ, ਪਿੰਡਾਂ ਤੇ ਸ਼ਹਿਰਾਂ ਨਗਰਾਂ ਗਰਾਵਾਂ ਵਿੱਚ ਖਾਲਸਾ ਪੰਥ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਸਾਏ ਹੁਕਮ ਉੱਤੇ ਚੱਲਣ ਲੱਗ ਪਿਆ। ਔਰ ਯਾਦ ਰੱਖੋ, ਅਕਬਰ ਬਾਦਸ਼ਾਹ ਦੇ ਵਕਤ ਇੱਕ ਟੋਡਰਮਲ ਨਾਂ ਦਾ ਦਾਨਸ਼ਮੰਦ ਆਦਮੀ ਸੀ। ਉਹਨੂੰ ਬਾਦਸ਼ਾਹ ਨੇ ਕਿਹਾ ਸੀ ਕਿ ਜ਼ਮੀਨ ਦੀ ਕੁਆਲਿਟੀ ਦੇ ਆਧਾਰ ਤੇ ਵੰਡ ਕਰ ਔਰ ਜ਼ਮੀਨ ਦਾ ਬਟਵਾਰਾ ਕਰ। ਉਹਨੇ ਸਾਰੀ ਜ਼ਮੀਨ ਨੂੰ 4 ਭਾਗਾਂ ਵਿੱਚ ਵੰਡਿਆ ਤੇ ਇੱਕ ਜ਼ਮੀਨ ਨੂੰ ਉਹਨੇ ਜ਼ਮੀਨ ਖਾਲਸਾ ਦਾ ਨਾਂ ਦਿੱਤਾ। ਉਹ ਜ਼ਮੀਨ, ਉਹ ਧਰਤੀ ਜਿਹਦੇ ਉੱਤੇ ਕੇਵਲ ਬਾਦਸ਼ਾਹ ਦਾ ਹੱਕ ਸੀ ਔਰ ਉਸ ਧਰਤੀ ਦਾ ਮਾਮਲਾ ਕਿਸੇ ਹੋਰ ਅਧਿਕਾਰੀ ਨੂੰ ਨਹੀਂ ਸੀ ਤਰਦਾ। ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵੀ ਅੰਮ੍ਰਿਤ ਦੀ ਦਾਤ ਦੇ ਕੇ ਖਾਲਸਾ ਪੰਥ ਇਹ ਸਿੱਧਾ ਵਾਹਿਗੁਰੂ ਦੇ ਸਪੁਰਦ ਕਰ ਦਿੱਤਾ ਔਰ ਇਹਦੀਆਂ ਸਾਂਝਾਂ ਉਸ ਬ੍ਰਹਿਮੰਡ ਦੇ ਸਿਰਜਣਹਾਰ ਨਾਲ ਜੋੜ ਦਿੱਤੇ ਹੈ। ਪਹਿਲੇ ਲੈਕਚਰ ਵਿੱਚ ਮਹਾਰਾਜ ਨੇ ਆਖਿਆ, ਅੱਜ ਤੋਂ ਤੁਸੀਂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਸਿੱਧੇ ਤੌਰ ਤੇ ਜੁੜ ਗਏ ਹੋ ਔਰ ਕਿਸੇ ਦੇਵੀ ਦੇਵਤੇ, ਕਿਸੇ ਬ੍ਰਹਮਾ ਸ਼ਿਵ ਵਿਸ਼ਨੂੰ ਦੇ ਖਿਆਲਾਂ ਨੂੰ ਆਪਣੇ ਖਿਆਲਾਂ ਵਿੱਚ ਨਹੀਂ ਲਿਆਉਣਾ। ਇੱਕ ਅਕਾਲ ਦੀ ਬੰਦਗੀ ਕਰਨੀ ਹੈ ਔਰ ਉਹਦੇ ਆਸਰੇ ਵਿੱਚ ਜਿਉਣਾ ਹੈ। ਜਦ ਤੱਕ ਤੁਸੀਂ ਇਹ ਰਹਿਤਾਂ ਵਾਲਾ ਜੀਵਨ ਜਿਉਂਦੇ ਰਹੋਗੇ, ਦੁਨੀਆ ਦੀ ਕੋਈ ਤਾਕਤ ਤੁਹਾਨੂੰ ਝੁਕਾ ਨਹੀਂ ਸਕੇਗੀ। ਉਹ ਪਰਮੇਸ਼ਰ ਤੁਹਾਡੀ ਮਦਦ ਕਰੇਗਾ। ਇਸ ਗੱਲ ਨਾਲ ਸੰਸਾਰ ਦੇ ਇਤਿਹਾਸ ਵਿੱਚ ਬੜਾ ਵੱਡਾ ਇਨਕਲਾਬ ਆਇਆ। ਔਰ ਯਾਦ ਰੱਖੋ ਖਾਲਸਾ ਜੀ, ਸਾਡੀ ਪੁਰਾਤਨ ਸੰਸਕ੍ਰਿਤੀ ਦੇ ਮੁਤਾਬਕ ਸਮਾਜ ਨੂੰ ਜਾਤਾਂ ਪਾਤਾਂ ਦੇ ਆਧਾਰ ਤੇ ਇੰਨਾ ਵੰਡਿਆ ਹੋਇਆ ਸੀ, ਮਨੁੱਖ ਮਨੁੱਖ ਤੋਂ ਨਫ਼ਰਤ ਕਰਦਾ ਸੀ। ਲਾਲਾ ਦੌਲਤ ਰਾਏ ਨੇ ਤੇ ਸਾਡੇ ਦੇਸ਼ ਦੀ ਗੁਲਾਮੀ ਦਾ ਇੱਕ ਕਾਰਨ ਇਹ ਵੀ ਦੱਸਿਆ ਹੈ। ਉਹ ਕਹਿੰਦਾ ਜਿਹੜੇ ਲੋਕਾਂ ਵਿੱਚ ਇੱਕ ਵਿਹੜੇ ਵਿੱਚ ਬਹਿ ਕੇ ਇੱਕ ਮੰਚ ਤੇ ਸੱਜ ਕੇ ਸਲਾਹ ਕਰਨ ਦੀ ਬਿਰਤੀ ਨਾ ਹੋਵੇ, ਉਹ ਲੋਕ ਗੁਲਾਮ ਨਹੀਂ ਹੋਣਗੇ ਤੇ ਹੋਰ ਕੀ ਹੋਵੇਗਾ। ਉਹ ਕਹਿੰਦਾ ਨਾ ਇਹਨਾਂ ਦਾ ਦੇਸ਼ ਸਾਂਝਾ, ਨਾ ਭੇਸ ਸਾਂਝਾ, ਨਾ ਉਦੇਸ਼ ਸਾਂਝਾ, ਨਾ ਵੇਸ਼ ਸਾਂਝਾ, ਨਾ ਰੱਬ ਸਾਂਝਾ, ਨਾ ਧਰਮ ਸਾਂਝਾ, ਨਾ ਖਿਆਲ ਸਾਂਝਾ, ਨਾ ਕਰਮ ਸਾਂਝਾ। ਕਹਿੰਦਾ ਨਾ ਆਉਣਾ ਸਾਂਝਾ, ਨਾ ਜਾਣਾ ਸਾਂਝਾ, ਨਾ ਖੁਸ਼ੀਆਂ ਸਾਂਝੀਆਂ, ਨਾ ਗਮੀਆਂ ਸਾਂਝੀਆਂ। ਤੇ ਕਹਿੰਦਾ ਇੱਥੋਂ ਤੱਕ ਜਿੰਨੇ ਲੋਕ ਓਨੇ ਹੀ ਦੇਵਤੇ, ਤੇ ਦੇਵਤਿਆਂ ਵਿੱਚ ਵੀ ਜੰਗ। ਕਹਿੰਦਾ ਜੇ ਦੇਵਤਿਆਂ ਵਿੱਚ ਈਰਖਾ ਹੈ ਤੇ ਪੈਰੋਕਾਰਾਂ ਵਿੱਚ ਇਤਫਾਕ ਕਿਵੇਂ ਹੋਵੇਗਾ। ਤਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਲੜੀ ਵਿੱਚ ਪਰੋ ਦਿੱਤਾ। ਪਰ ਯਾਦ ਰੱਖੋ, ਬਹੁਤ ਵਿਰੋਧਤਾ ਹੋਈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਕ੍ਰਿਸ਼ਮੇ ਦੀ ਕੁਝ ਲੋਕਾਂ ਨੂੰ ਖਤਰਾ ਮਹਿਸੂਸ ਹੋਇਆ ਕਿ ਇਹ ਸ਼ਾਇਦ ਸਾਡਾ ਰਾਜ ਭਾਗ ਖੋਲਣਗੇ। ਕੁਝ ਲੋਕਾਂ ਨੂੰ ਖਤਰਾ ਮਹਿਸੂਸ ਹੋਇਆ ਇਹ ਸਾਡੀ ਜਾਤ ਪਾਤ ਦੀ ਸਰਦਾਰੀ ਲਈ ਚੈਲੰਜ ਹੈ। ਇਸ ਕਰਕੇ ਉਹਨਾਂ ਨੇ ਪਹਿਲਾ ਹਮਲਾ ਆਨੰਦਪੁਰ ਉੱਤੇ ਕੀਤਾ ਖਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ। ਔਰ ਇਹਦੀ ਅਗਵਾਈ ਕਰ ਰਿਹਾ ਸੀ ਪੈਂਦੇ ਖਾਨ ਔਰ ਦੀਨਾ ਬੇਗ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਦੀ ਰੂਪਰੇਖਾ ਬਦਲ ਦਿੱਤੀ ਸੀ। 1699 ਨੂੰ ਪੰਥ ਸਾਜਿਆ ਗਿਆ। ਅਗਲੇ ਸਾਲ ਹੋਲੇ ਮਹੱਲੇ ਦੀ ਪਿਰਤ ਪਾਤੀ, ਸ਼ਿਕਾਰ ਖੇਡਣੇ, ਜਕਾਰੇ ਗਜਾਉਣੇ, ਨਗਾਰੇ ਖੜਕਾਉਣੇ, ਜੰਗੀ ਮਸ਼ਕਾਂ ਕਰਨੀਆਂ, ਅਣਖ ਨਾਲ ਜੀਣਾ ਔਰ ਇਹ ਖਾਲਸੇ ਦੇ ਜੀਵਨ ਦਾ ਹਿੱਸਾ ਬਣ ਗਿਆ। ਤਾਂ 22 ਧਾਰੀਆਂ ਨੇ ਬੜੀ ਈਰਖਾ ਕੀਤੀ। ਇੱਕ ਹਮਲਾ ਹੋਰ ਗੁਰਦੇਵ ਤੇ ਕੀਤਾ, ਉਹਦੇ ਵਿੱਚ ਵੀ ਜਿੱਤ ਮਹਾਰਾਜ ਦੀ ਹੋਈ। ਪਰ ਮਹਾਰਾਜ ਜੀ ਨਿਰਵੈਰ ਸਨ, ਕਿਸੇ ਨਾਲ ਵੈਰ ਨਹੀਂ ਸੀ। ਉਹ ਆਪ ਖੁਦ ਚੱਲ ਕੇ ਇਹਨਾਂ ਕੋਲ ਗਏ ਔਰ ਉਹਨਾਂ ਨੇ ਬਿਲਾਸਪੁਰ ਜਾ ਕੇ ਇਹਨਾਂ ਸਾਰਿਆਂ ਰਾਜਿਆਂ ਨੂੰ ਇਕੱਤਰ ਕਰਨ ਦਾ ਯਤਨ ਕੀਤਾ। ਮਹਾਰਾਜ ਕਹਿੰਦੇ ਵੇਖੋ ਭਾਈ, ਆਪਾਂ ਸਾਰੇ ਗੁਲਾਮ ਹੈ ਔਰ ਬਾਹਰਲੀਆਂ ਹਕੂਮਤਾਂ ਸਾਡੇ ਤੇ ਰਾਜ ਕਰ ਰਹੀਆਂ ਨੇ, ਤੁਸੀਂ ਸਾਡਾ ਸਾਥ ਦਿਓ, ਅੰਮ੍ਰਿਤ ਦੀ ਸ਼ਕਤੀ ਨਾਲ ਜੁੜੋ, ਜਿਹੜੇ ਸਮਾਜੀ ਵਿਤਕਰੇ ਖਤਮ ਕਰਕੇ ਇੱਕ ਅਕਾਲ ਪੁਰਖ ਦੀ ਧਾਰਨਾ ਨਾਲ ਜੁੜ ਕੇ ਆਪਣੇ ਦੇਸ਼ ਤੇ ਆਪਣੀ ਕੌਮ ਦੀ ਸੇਵਾ ਕਰੀਏ। ਪਰ ਬ੍ਰਾਹਮਣ ਨੇ ਇਹਨਾਂ ਨੂੰ ਇਸ ਢੰਗ, ਇਸ ਕਦਰ ਕੈਦ ਕੀਤਾ ਹੋਇਆ ਸੀ। ਇਹਨਾਂ ਦੀ ਸੋਚ ਦਾ ਪੰਛੀ
ਉੱਚੀਆਂ ਅਡਾਰੀਆਂ ਨਹੀਂ ਸੀ ਭਰ ਸਕਦਾ। ਔਰ ਉਸ ਕੈਦਖਾਨੇ ਵਿੱਚ ਕੈਦੀ ਹੋਏ, ਜਾਤਾਂ ਪਾਤਾਂ ਦੀਆਂ ਦੀਵਾਰਾਂ ਵਿੱਚ ਵੰਡੇ ਹੋਏ, ਇਹ ਰਾਜੇ ਕਹਿਣ ਲੱਗੇ, ਮਹਾਰਾਜ ਗੱਲ ਤੁਹਾਡੀ ਠੀਕ ਹੈ, ਪਰ ਜੋ ਤੁਸੀਂ ਕਰ ਰਹੇ ਹੋ ਇਹਦੇ ਨਾਲ ਸਾਡੇ ਜਾਤ ਅਭਿਮਾਨ ਨੂੰ ਸੱਟ ਵੱਜਦੀ ਹੈ। ਜਿਹੜਾ ਤੁਸੀਂ ਅੰਮ੍ਰਿਤ ਤਿਆਰ ਕੀਤਾ ਹੈ, ਇਹ ਅੰਮ੍ਰਿਤ ਸਾਡੇ ਅੰਮ੍ਰਿਤ ਦੀ ਵਿਆਖਿਆ ਨਾਲ ਮੇਲ ਨਹੀਂ ਖਾਂਦਾ। ਇਸ ਤਰ੍ਹਾਂ ਤੇ ਸਾਰੇ ਬਰਾਬਰ ਹੋ ਜਾਂਦੇ ਨੇ। ਜੇ ਸਾਰੇ ਬਰਾਬਰ ਹੋ ਜਾਣਗੇ ਤੇ ਸਾਡੀ ਰਾਜਪੂਤੀ ਸ਼ਾਨ, ਸਾਡੀ ਉੱਚੀ ਜਾਤ ਦੀ ਸ਼ਾਨ, ਉਹਦਾ ਕੋਈ ਅਰਥ ਬਾਕੀ ਨਹੀਂ ਰਹਿ ਜਾਏਗਾ। ਜੇ ਤੁਸੀਂ ਸਾਨੂੰ ਆਪਣੇ ਨਾਲ ਰਲਾਉਣਾ ਹੈ, ਸਾਡੇ ਵਾਸਤੇ ਅੰਮ੍ਰਿਤ ਵੱਖਰਾ ਤਿਆਰ ਕਰੋ, ਸਾਨੂੰ ਰਹਿਤਾਂ ਤੋਂ ਛੋੜ ਦਿੱਤੀ ਜਾਏ। ਸੱਚੇ ਪਾਤਸ਼ਾਹ ਮਹਾਰਾਜ ਹੱਸ ਕੇ ਕਹਿੰਦੇ, ਬਾਈ ਧਾਰਿਓ, ਦਰਅਸਲ ਗੱਲ ਇਹ ਹੈ, ਤੁਹਾਡੀ ਕਿਸਮਤ ਵਿੱਚ ਰੱਬ ਨੇ ਅੰਮ੍ਰਿਤ ਲਿਖਿਆ ਹੀ ਨਹੀਂ ਹੈ। ਇਹ ਅੰਮ੍ਰਿਤ ਨੂੰ ਦੇਵੀ ਦੇਵਤੇ, ਸੁਰ ਨਰ ਮੁਨ ਜਨ ਤਰਸਦੇ ਰਹੇ ਨੇ, ਤੇ ਹੁਣ ਗੁਰੂ ਮਹਾਰਾਜ ਜੀ ਦੀ ਕਿਰਪਾ ਹੋਈ ਹੈ, ਇਹ ਅੰਮ੍ਰਿਤ ਤਿਆਰ ਹੋਇਆ ਹੈ, ਜਿਹੜਾ ਮਨੁੱਖ ਦੇ ਅੰਦਰੋਂ ਮੌਤ ਦਾ ਭੈ ਦੂਰ ਕਰਕੇ ਉਹਨੂੰ ਜ਼ਿੰਦਗੀ ਜਿਉਣ ਦੀ ਜਾਂਚ ਦੱਸਦਾ ਹੈ। ਤੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਗਰੀਬ, ਨੀਵੀਆਂ ਜਾਤਾਂ ਵਾਲੇ, ਇਹਨਾਂ ਨਾਲ ਤੁਸੀਂ ਬੈਠਣਾ ਨਹੀਂ ਚਾਹੁੰਦੇ, ਮਹਾਰਾਜ ਕਹਿੰਦੇ ਇਹ ਤੁਹਾਡੇ ਦਿਲ ਦਾ ਸਭ ਤੋਂ ਵੱਡਾ ਭਰਮ ਹੈ। ਜੇ ਤੁਸੀਂ ਮੇਰੀ ਅੱਖ ਵਿੱਚੋਂ ਦੀ ਵੇਖੋ ਤੇ ਇਹ ਮੇਰੇ ਜਿਗਰ ਦੇ ਟੁਕੜੇ ਨੇ, ਔਰ ਇਹ ਮੇਰੀ ਜ਼ਿੰਦਗੀ ਦੇ ਹੁਲਾਰੇ ਨੇ, ਕਿਉਂਕਿ ਇਹਨਾਂ ਦੇ ਆਸਰੇ ਮੈਂ ਉਹ ਕਾਰਜ ਕੀਤਾ ਹੈ ਜਿਹੜਾ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਦੇ ਹਿੱਸੇ ਨਹੀਂ ਆਇਆ। ਇਸ਼ਾਰਾ ਕਰਕੇ ਮਹਾਰਾਜ ਨੇ ਕਿਹਾ, ਯੁੱਧ ਜਿੱਤੇ इन्हीं के प्रसाद, इन्हीं के प्रसाद खुन धाम भरे, इन्हीं के प्रसाद सुविद्या लई, इन्हीं की कृपा सब शत्र मरे, इन्हीं की कृपा से सजे हम हैं, नहीं मोह से गरीब कई करोड़ पड़े। जिनकी जात वर्ण कुल माही, सरदारी ना भई कदाही, तिन्हीं को सरदार बनाऊं, तबे गोबिंद सिंह नाम कहाऊं, इन गरीब सिखन को दूं पातशाही, याद रखे हमरी गरियाई। बाई धारियो, ਰਾਜਪੂਤੀ ਦੇ ਅਭਿਮਾਨ ਵਿੱਚੋਂ ਨਿਕਲੋ, ਉੱਚੀ ਜਾਤ ਦੇ ਹੰਕਾਰ ਵਿੱਚੋਂ ਨਿਕਲੋ, ਖਾਲਸਾ ਪੰਥ ਦਾ ਹਿੱਸਾ ਬਣੋ ਤੇ ਆਪਣੇ ਦੇਸ਼ ਦੀ ਆਜ਼ਾਦੀ ਦਾ ਕੋਈ ਤਰੀਕਾ ਸੋਚੀਏ। ਪਰ ਬਦਕਿਸਮਤੀ ਇਹਨਾਂ ਦੀ, ਇਹਨਾਂ ਸੱਚੇ ਪਾਤਸ਼ਾਹ ਦਾ ਸਾਥ ਨਹੀਂ ਦਿੱਤਾ। ਫਿਰ ਇੱਕ ਵੱਡੀ ਜੰਗ ਹੁੰਦੀ ਹੈ ਜਿਹਦੇ ਵਿੱਚ ਇਹ ਸ਼ਰਾਬੀ ਹਾਥੀ ਨੂੰ ਲੈ ਕੇ ਆਉਂਦੇ ਨੇ, ਪਰ ਉਹਦੇ ਵਿੱਚ ਵੀ ਇਹਨਾਂ ਦੀ ਹਾਰ ਹੁੰਦੀ ਹੈ। ਨਿਤ ਨਿਤ ਦੀਆਂ ਹਾਰਾਂ ਤੋਂ ਬਾਅਦ ਇਹਨਾਂ ਪ੍ਰੋਗਰਾਮ ਤਿਆਰ ਕੀਤਾ ਕਿ ਇਹ ਸਾਰੀ ਕਾਰਵਾਈ ਔਰੰਗਜ਼ੇਬ ਬਾਦਸ਼ਾਹ ਤੱਕ ਪਹੁੰਚਾਈ ਜਾਏ। ਉਸ ਵੇਲੇ ਬਾਦਸ਼ਾਹ ਦੱਖਣ ਦੇ ਮੁਕਾਮ ਤੇ ਮਰਹਟਿਆਂ ਨਾਲ ਰੁੱਝਾ ਹੋਇਆ ਸੀ, ਉਹ ਜਵਾਨੀ ਹੰਢਾ ਚੁੱਕਾ ਸੀ। ਹੁਣ ਉਹਦੀ ਉਮਰ 85 ਸਾਲਾਂ ਤੋਂ ਟੱਪ ਚੁੱਕੀ ਸੀ, ਪਰ ਅਜੇ ਵੀ ਉਹ ਬਾਦਸ਼ਾਹੀ ਦੇ ਸੁਪਨੇ ਲੈ ਰਿਹਾ ਸੀ। ਅਜੇ ਵੀ ਉਹ ਦੱਖਣ ਤੋਂ ਦੇਸ਼ ਨੂੰ ਕੰਟਰੋਲ ਕਰ ਰਿਹਾ ਸੀ। ਇੱਕ ਡੈਪੂਟੇਸ਼ਨ ਅਜਮੇਰ ਚੰਦ ਦੀ ਅਗਵਾਈ ਵਿੱਚ ਉਸ ਬਾਦਸ਼ਾਹ ਕੋਲ ਪਹੁੰਚਾ। ਉਹਨੇ ਪੈਂਦੀ ਸੱਟੇ ਪੁੱਛਿਆ, ਦੱਸੋ ਪੰਜਾਬ ਦਾ ਕੀ ਹਾਲ ਹੈ। ਇਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਰੀਫ ਕਰਨ ਦੀ ਬਜਾਏ ਬਾਦਸ਼ਾਹ ਨੂੰ ਇਹ ਗੱਲ ਕਹੀ ਕਿ ਪੰਜਾਬ ਦਾ ਹਾਲ ਬਹੁਤ ਮਾੜਾ ਹੈ। ਪੰਜਾਬ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਧਾਨੀ ਬਣਾ ਕੇ ਇੱਕ ਐਸੀ ਫੌਜ ਸਾਜ ਦਿੱਤੀ ਹੈ ਜਿਹੜੀ ਕਿਸੇ ਦਾ ਭੈ ਨਹੀਂ ਮੰਨਦੀ, ਜਿਹੜੀ ਕਿਸੇ ਨੂੰ ਜਵਾਬ ਦੇ ਨਹੀਂ, ਔਰ ਜਿਹਦੇ ਕੋਲ ਇਸ ਤਰ੍ਹਾਂ ਦੇ ਸ਼ਸਤਰ ਨੇ, ਇਸ ਤਰ੍ਹਾਂ ਦੇ ਹਥਿਆਰ ਨੇ, ਇਸ ਤਰ੍ਹਾਂ ਦੇ ਕਿਲੇ ਨੇ, ਉਸ ਤਰ੍ਹਾਂ ਦਾ ਜੰਗੀ ਸਾਜੋ ਸਮਾਨ ਤੇ ਤੇਰੇ ਪਾਸ ਵੀ ਨਹੀਂ। ਔਰ ਚਿੱਟੇ ਦਿਨ ਖਾਲਸਾ ਰਾਜ ਦੀ ਰਾਜਧਾਨੀ ਅਨੰਦਪੁਰ ਦੀ ਧਰਤੀ ਤੋਂ ਬਗਾਵਤ ਦੀ ਕਨਸੋ ਉੱਠ ਰਹੀ ਹੈ। ਜੇ ਤੂੰ ਵਕਤ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਹਰਕਤਾਂ ਦਾ ਨੋਟਿਸ ਨਹੀਂ ਲਿਆ, ਜੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਗਤੀਵਿਧੀਆਂ ਨੂੰ ਰੋਕਣ ਦਾ ਯਤਨ ਨਾ ਕੀਤਾ, ਤੇ ਯਾਦ ਰੱਖ ਅਨੰਦਪੁਰ ਦੀ ਧਰਤੀ ਤੋਂ ਉੱਠਿਆ ਹੋਇਆ ਇਨਕਲਾਬ ਦਾ ਹੜ ਤੇਰੇ ਰਾਜ ਭਾਗ ਨੂੰ ਬਰਬਾਦ ਕਰਕੇ ਰੱਖ ਦੇਗਾ। ਇਹਨੇ ਆਖਿਆ, ਫਿਰ ਤੁਸੀਂ ਇੰਨਾ ਚਿਰ ਕੀ ਕਰਦੇ ਰਹੇ ਹੋ। ਉਹਨਾਂ ਆਖਿਆ, ਬਾਦਸ਼ਾਹ ਇੱਕ ਜੰਗ, ਅਸੀਂ ਤੇ ਬੜੀਆਂ ਜੰਗਾਂ ਕੀਤੀਆਂ ਨੇ, ਬੜੀ ਵਾਰ ਮਹਾਰਾਜ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਰੱਬ ਜਾਣੇ ਜਾਂ ਸਾਡੀ ਕਿਸਮਤ ਮਾੜੀ ਜਾਂ ਉਹਦੇ ਕੋਲ ਬਲ ਇੰਨਾ ਹੈ, ਸਾਡੀ ਕੋਈ ਵਾਹ ਪੇਸ਼ ਨਹੀਂ ਜਾਂਦੀ। ਹੁਣ ਕੋਈ ਤਗੜਾ ਕੰਮ ਕਰੀਏ। ਬਾਦਸ਼ਾਹ ਕਹਿੰਦਾ, ਕੀ ਹੋਣਾ ਚਾਹੀਦਾ ਹੈ। ਕਹਿੰਦੇ, ਜੀ ਕੋਈ ਤਗੜਾ ਜਰਨੈਲ ਦਿਓ, ਇੱਕ ਵੱਡੀ ਫੌਜ ਦਿਓ ਸਾਡੀ ਮਤ ਵਾਸਤੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਕਤ ਨੂੰ ਨੇਸ਼ ਤੋਂ ਨਬੂਦ ਕਰੀਏ। ਇਹਨੇ ਸਾਰੀ ਗੱਲ ਸੁਣ ਕੇ ਆਪਣੇ ਜਰਨੈਲਾਂ ਨੂੰ ਇਕੱਠਿਆਂ ਕੀਤਾ, ਉਹਨਾਂ ਨੂੰ ਇਕੱਠਿਆਂ ਕਰਕੇ ਵੰਗਾਰ ਪਾਈ। ਉਹਨਾਂ ਨੂੰ ਆਖਿਆ, ਮਰਦੋ ਮੇਰੀ ਪੱਗ ਦਾ ਸਵਾਲ ਹੈ, ਤੁਹਾਡੇ ਵਿੱਚੋਂ ਕੋਈ ਇੱਕ ਉੱਠੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਕੜ ਭੰਨ ਕੇ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਕਤ ਨੂੰ ਨਸ਼ਟ ਕਰਕੇ ਔਰ ਜਿਉਂਦਿਆਂ ਪਕੜ ਕੇ ਮੇਰੇ ਦਰਬਾਰ ਵਿੱਚ ਪੇਸ਼ ਕਰ ਸਕੇ। ਜਦ ਸਾਰਿਆਂ ਨੇ ਨੀਵੀਆਂ ਪਾ ਲਈਆਂ,
ਬਾਦਸ਼ਾਹ ਨੂੰ ਗੁੱਸਾ ਆਇਆ। ਇਹਨੇ ਆਖਿਆ ਉਹ ਤੁਸੀਂ ਜੰਗੀ ਜਰਨੈਲ ਹੋ ਕਿ ਤ੍ਰੀਮਤਾਂ ਹੋ, ਔਰਤਾਂ ਹੋ, ਕੀ ਤੁਸੀਂ ਇੰਨੇ ਕਮਜ਼ੋਰ ਹੋ, ਇੰਨੇ ਬੁਜ਼ਦਲ ਹੋ? ਤੁਹਾਡੇ ਵਿੱਚੋਂ ਗੈਰਤ, ਤੁਹਾਡੇ ਵਿੱਚੋਂ ਅਣਖ, ਤੁਹਾਡੇ ਵਿੱਚੋਂ ਬਹਾਦਰੀ ਖਤਮ ਹੋ ਗਈ ਹੈ, ਇੱਕ ਵੀ ਨਹੀਂ ਤੁਹਾਡੇ ਵਿੱਚ। ਫਿਰ 30-32 ਸਾਲਾਂ ਦਾ ਨੌਜਵਾਨ ਮੁੰਡਾ ਉੱਠਿਆ, ਗੱਜ ਚੌੜੀ ਛਾਤੀ, ਛਾਤੀ ਵਿੱਚ ਦਿਲ, ਦਿਲ ਵਿੱਚ ਧੜਕਣ, ਧੜਕਣ ਵਿੱਚ ਜਜ਼ਬਾਤ, ਜਜ਼ਬਾਤਾਂ ਵਿੱਚ ਕੁਝ ਕਰਨ ਦਾ ਚਾਹ, ਮੁੱਛਾਂ ਤੇ ਹੱਥ ਫੇਰ ਕੇ ਕਹਿੰਦਾ ਬਾਦਸ਼ਾਹ ਕਮਾਂਡ ਹੋਵੇਗੀ ਮੇਰੀ, ਫੌਜ ਹੋਵੇਗੀ ਤੇਰੀ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਕਿਲੇ ਢਾਹ ਕੇ ਮਿੱਟੀ ਨਾਲ ਮਿਲਾ ਦਿਆਂਗਾ। ਕੌਣ ਸੀ ਇਹ? ਪੀਰ ਬੁੱਧੂ ਸ਼ਾਹ ਦਾ ਸਾਲਾ ਸ਼ਾਹਿਦ ਖਾਨ, ਮੰਨਿਆ ਹੋਇਆ ਜਰਨੈਲ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਜਿਵੇਂ ਪਕੜਨ ਦੇ ਦਾਅਵੇ ਕਰਦਾ ਹੈ। ਭਰੇ ਹੋਏ ਦਰਬਾਰ ਵਿੱਚ ਉਸ ਵਕਤ ਦੀ ਤਸਵੀਰ ਨੂੰ ਕਵੀਸ਼ਰ ਭਾਗਵਾਲੀਆਂ ਦਾ ਜਥਾ ਇਹਨਾਂ ਸ਼ਬਦਾਂ ਵਿੱਚ ਇਉਂ ਕਹਿ ਰਿਹਾ ਹੈ। ਬੀੜਾ ਚੁੱਕਿਆ ਖਾਨ ਨੇ ਗੁੱਸੇ ਵਿੱਚ ਆ ਕੇ, ਭਰੀ ਸਭਾ ਵਿੱਚ ਬੋਲਿਆ ਮੱਥੇ ਵਟ ਪਾ ਕੇ। ਕਹਿੰਦਾ ਪੁਰੀ ਆਨੰਦ ਨੂੰ ਵਿੱਚ ਪਲਦੇ ਢਾਵਾ, 10ਵੇਂ ਗੁਰ ਨੂੰ ਬੰਨ ਕੇ ਲੈ ਦਿੱਲੀ ਆਵਾ। ਬੀੜਾ ਚੁੱਕਿਆ ਖਾਨ ਨੇ ਗੁੱਸੇ ਵਿੱਚ ਆ ਕੇ, ਭਰੀ ਸਭਾ ਵਿੱਚ ਬੋਲਿਆ ਮੱਥੇ ਵਟ ਪਾ ਕੇ। ਕਹਿੰਦਾ ਪੁਰੀ ਆਨੰਦ ਨੂੰ ਵਿੱਚ ਪਲਦੇ ਢਾਵਾ, 10ਵੇਂ ਗੁਰ ਨੂੰ ਬੰਨ ਕੇ ਲੈ ਦਿੱਲੀ ਆਵਾ। ਮੈਂ ਦੁੱਧ ਪਠਾਣੀ ਮਾਂ ਦਾ ਪੀਤਾ ਦਿਲ ਭਰ ਕੇ, ਮੈਨੂੰ ਗੁੜਤੀ ਦਿੱਤੀ ਅਣਖ ਨੇ ਆਉਂਦਾ ਨਹੀਂ ਹਰ ਕੇ। ਤੁਰੋ ਖੁਦਾ ਨੇ ਬਖਸ਼ਿਆ ਬਲ ਮੇਰੀਆਂ ਬਾਵਾ, ਤੁਰੋ ਖੁਦਾ ਨੇ ਬਖਸ਼ਿਆ ਬਲ ਮੇਰੀਆਂ ਬਾਵਾ, 10ਵੇਂ ਗੁਰ ਨੂੰ ਬੰਨ ਕੇ ਲੈ ਦਿੱਲੀ ਆਵਾ। ਮੇਰਾ ਛੱਡਿਆ ਤੀਰ ਕਮਾਨ ਚੋਂ ਨਾ ਖਾਲੀ ਜਾਵੇ, ਪੰਛੀ ਉੱਡਦੇ ਅੰਬਰੀ ਲੈ ਥੱਲੇ ਆਵੇ। ਮੇਰੀ ਥਰ ਥਰ ਕੰਬਦੇ ਜਦ ਜੰਗ ਮਚਾਵਾ, 10ਵੇਂ ਗੁਰ ਨੂੰ ਬੰਨ ਕੇ ਲੈ ਦਿੱਲੀ ਆਵਾ। ਦੱਖਣ ਦੇ ਵਿੱਚ ਸ਼ਤਰੂ ਮੇਰੇ ਨਾਂ ਤੋਂ ਡਰਦੇ, ਤੇਗ ਮੇਰੀ ਦਾ ਸੂਰਮੇ ਰਣ ਪਾਣੀ ਭਰਦੇ। ਵੱਡ ਵੱਡ ਵੈਰੀ ਢੇਰੀਆਂ ਲੋਥਾਂ ਦੀਆਂ ਲਾਵਾ, 10ਵੇਂ ਗੁਰ ਨੂੰ ਬੰਨ ਕੇ ਲੈ ਦਿੱਲੀ ਆਵਾ। ਨਾਲ ਪਠਾਣਾ ਜੋਧਿਆਂ ਕੀ ਸਿੱਖਾਂ ਲੜਨਾ, ਨਾਲ ਪਠਾਣਾ ਜੋਧਿਆਂ ਕੀ ਸਿੱਖਾਂ ਲੜਨਾ, ਮਾਲਾ ਫੇਰਨ ਵਾਲੀਆਂ ਨਹੀਂ ਸਾਵੇਂ ਅੜਨਾ। ਨਾਲ ਜੋੜ ਦੇ ਘੇਰ ਕੇ ਰਾਣਾਈ ਨ ਮਨਾਵਾ, 10ਵੇਂ ਗੁਰ ਨੂੰ ਬੰਨ ਕੇ ਲੈ ਦਿੱਲੀ ਆਵਾ। ਮੇਰੇ ਨਾਂ ਤੋਂ ਯੋਧੇ ਕੰਬਦੇ ਹੱਥ ਜਿੰਨਾ ਵੇਖੇ, ਜਿੰਨਾ ਵੇਖੇ 10ਵਾਂ ਗੁਰੂ ਕੀ ਚੀਜ਼ ਹੈ ਕੱਢ ਦਊਂ ਭੁਲੇਖੇ। ਦੁਨੀਆ ਉੱਤੋਂ ਸਿੱਖਾਂ ਦਾ ਖੁਰਾ ਖੋਜ ਮਟਾਵਾ, ਦੁਨੀਆ ਉੱਤੋਂ ਸਿੱਖਾਂ ਦਾ ਖੁਰਾ ਖੋਜ ਮਟਾਵਾ, 10ਵੇਂ ਗੁਰ ਨੂੰ ਬੰਨ ਕੇ ਲੈ ਦਿੱਲੀ ਆਵਾ। ਮੇਰੇ ਵਰਗਾ ਸੂਰਮਾ ਨਹੀਂ ਜਗ ਤੇ ਹੋਣਾ, ਮੇਰੇ ਵਰਗਾ ਸੂਰਮਾ ਨਹੀਂ ਜਗ ਤੇ ਹੋਣਾ, ਵੈਰੀ ਦੇ ਕਰ ਪਾ ਦਿਆਂ ਗਮੀਆਂ ਦਾ ਰੋਣਾ। ਡਰ ਨਾ ਰੱਖਾਂ ਮੌਤ ਦਾ ਜਦ ਚੜ ਕੇ ਜਾਵਾ, 10ਵੇਂ ਗੁਰ ਨੂੰ ਬੰਨ ਕੇ ਲੈ ਦਿੱਲੀ ਆਵਾ। ਜਾਂ ਜਿੱਤਾਂ ਜਾਂ ਮਰਾਂਗਾ ਹਰ ਕੇ ਨਹੀਂ ਆਉਂਦਾ, ਮਗਰੋਂ ਭਾਗੋ ਵਾਲੀਆ ਰਹੂ ਵਾਰਾਂ ਗਾਉਂਦਾ। ਉਹ ਢਾਈਏ ਫਟਨੇ ਜੰਗ ਦੇ ਕਰ ਸੱਚ ਵਖਾਵਾ, 10ਵੇਂ ਗੁਰ ਨੂੰ ਬੰਨ ਕੇ ਲੈ ਦਿੱਲੀ ਆਵਾ। ਹਿੰਦੁਸਤਾਨ ਦੇ ਬਾਦਸ਼ਾਹ ਨੇ ਆਖਿਆ ਉਹ ਸ਼ਾਹਿਦ ਖਾਨਾ ਜੰਗ ਹਾਰ ਕੇ ਨਾ ਆ ਜਾਈ। ਇਹਨੇ ਹੰਕਾਰ ਵਿੱਚ ਆਖਿਆ ਬਾਦਸ਼ਾਹ ਜਾਂ ਤਾਂ ਮੇਰੀ ਲਾਸ਼ ਆਵੇਗੀ ਤੇ ਜਾਂ ਜੰਗ ਜਿੱਤ ਕੇ ਆਵਾਂਗਾ, ਹਾਰਿਆ ਹੋਇਆ ਮੂੰਹ ਲੈ ਕੇ ਮੈਂ ਤੇਰੇ ਦਰਬਾਰ ਵਿੱਚ ਵਾਪਸ ਨਹੀਂ ਆਉਂਦਾ। ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੀਆਂ ਵੱਡੀਆਂ ਜੰਗਾਂ ਵਿੱਚ
ਕਿਸੇ ਜਰਨੈਲ ਤੋਂ ਨਹੀਂ ਹਰਿਆ, ਕਿਸੇ ਦੇ ਕਾਬੂ ਨਹੀਂ ਆਇਆ। ਉਹਨੂੰ ਸੈਦ ਖਾਨ ਜਿਉਂਦੇ ਜੀ ਪਕੜ ਕੇ ਬਤੌਰੇ ਮੁਜਰਮ, ਬਤੌਰੇ ਕੈਦੀ ਉਹ ਤੇਰੇ ਦਰਬਾਰ ਵਿੱਚ ਪੇਸ਼ ਕਰ ਦੇਗਾ। ਇੰਨੀ ਹਿੰਮਤ ਹੈ ਮੇਰੀਆਂ ਬਾਹਾਂ ਵਿੱਚ। ਯਾਦ ਰੱਖੋ ਖਾਲਸਾ ਜੀ, ਕਈ ਜੰਗਾਂ ਯੁੱਧਾਂ ਵਿੱਚ ਹਿੱਸਾ ਲੈ ਚੁੱਕਾ ਸੀ ਔਰ ਆਪਣਾ ਜੰਗੀ ਹੁਨਰ, ਆਪਣੀ ਤੇਗ ਦੀ ਕਰਾਮਾਤ ਇਹ ਬਹੁਤ ਸਾਰੀਆਂ ਲੜਾਈਆਂ ਵਿੱਚ ਅਜਮਾ ਚੁੱਕਾ ਸੀ। ਬਾਦਸ਼ਾਹ ਦੀ ਥਾਪੀ ਨਾਲ ਇਹਦਾ ਹੌਸਲਾ ਹੋਰ ਵੱਧ ਗਿਆ। ਜਦ ਇਹਦੀ ਤਿਆਰੀ ਹੋਈ 22 ਧਾਰੀਏ ਰਾਜੇ ਬੜੇ ਖੁਸ਼ ਹੋਏ ਔਰ ਉਹਨਾਂ ਦੀ ਖੁਸ਼ੀ ਦਾ ਕਾਰਨ ਇਹ ਸੀ ਕਿ ਹੁਣ ਔਰੰਗਜ਼ੇਬ ਨੇ ਸਿੱਧੇ ਤੌਰ ਤੇ ਇਹ ਸਾਰਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ, ਕਿਉਂਕਿ ਇਸ ਤੋਂ ਪਹਿਲਾਂ ਬੇਸ਼ੱਕ ਸਰਕਾਰੀ ਅਮਦਾਦ ਹੁੰਦੀ ਸੀ ਪਹਿਲੀਆਂ ਲੜਾਈਆਂ ਵਿੱਚ, ਪਰ ਕਮਾਂਡਰ 22 ਧਾਰੀਏ ਬਣਦੇ ਸਨ ਔਰ ਉਹ ਕੰਟਰੋਲ ਉਹਨਾਂ ਦੇ ਹੱਥ ਵਿੱਚ ਰਹਿੰਦਾ ਸੀ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਟੱਕਰ ਇਹਨਾਂ ਮੈਦਾਨੇ ਜੰਗ ਵਿੱਚ ਸਿੱਧੀ ਦਿੱਲੀ ਤਖਤ ਨਾਲ ਲਵਾ ਦਿੱਤੀ। ਯਾਦ ਰੱਖੋ ਖਾਲਸਾ ਜੀ, ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਪੜ੍ਹਦੇ ਆ ਹੈਰਾਨ ਹੋ ਜਾਈਦਾ। ਇੱਕ ਥੋੜਾ ਜਿਹਾ ਸਮਾਂ ਉਹਨਾਂ ਨੂੰ ਇਸ ਧਰਤੀ ਉੱਤੇ ਮਿਲਦਾ ਹੈ, ਪਰ ਇੰਨੇ ਸਮੇਂ ਵਿੱਚ ਉਹ ਏਡੇ ਵੱਡੇ ਕ੍ਰਿਸ਼ਮੇ ਕਰ ਜਾਂਦੇ ਨੇ। ਕਈਆਂ ਯੁੱਗਾਂ ਦੇ ਕੰਮ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਸਾਹਮਣੇ ਸਿਰ ਝੁਕਾ ਕੇ ਖੜੇ ਦਿਸਦੇ ਨੇ। ਇੱਕ ਪਾਸੇ 22 ਧਾਰੀਆਂ ਦੀ ਨਿਤ ਦੀ ਵਿਰੋਧਤਾ, ਇੱਕ ਪਾਸੇ ਨਿਰਾਸ਼ਾ ਦੇ ਆਲਮ ਵਿੱਚ ਡੁੱਬਾ ਹੋਇਆ ਸੰਸਾਰ, ਇੱਕ ਪਾਸੇ ਵੱਡੀ ਸਲਤਨਤ ਜਿਹਦੇ ਰਾਜ ਵਿੱਚ ਜ਼ੁਲਮ ਜ਼ਬਰ ਤੇ ਸਤਮ ਤੋਂ ਸਿਵਾ ਕਿਤੇ ਇਨਸਾਫ ਦੀ ਕੋਈ ਬਲ ਦੀ ਕਿਰਨ ਦਿਖਾਈ ਨਹੀਂ ਸੀ ਦਿੰਦੀ। ਲਾਲਾ ਦੌਲਤ ਰਾਏ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਰਨੀ ਨੂੰ ਮਾਪਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਕਹਿੰਦਾ ਜੇ ਅੱਖਾਂ ਤੇ ਇਨਸਾਫ ਦੀ ਪੱਟੀ ਬੱਝੀ ਹੋਵੇ ਤੇ ਉਸ ਵਕਤ ਔਰੰਗਜ਼ੇਬ ਦੀ ਤਾਕਤ ਨੇ ਸਾਰੀਆਂ ਤਾਕਤਾਂ ਝੁਕਾ ਕੇ ਰੱਖਤੀਆਂ ਸੀ। ਉਹ ਕਹਿੰਦਾ ਕਿਤੇ ਕਿਤੇ ਇਹਨਾਂ ਦੇ ਖੱਤਰੀ ਪੁਣੇ ਦਾ ਦੀਵਾ, ਇਹਨਾਂ ਦੇ ਰਾਜ ਭਾਗ ਦਾ ਦੀਵਾ ਜਗਦਾ ਸੀ, ਉਹ ਵੀ ਬੁੱਝ ਜਾਂਦਾ ਸਦਾ ਵਾਸਤੇ ਜੇ ਕਲਗੀਧਰ ਪਾਤਸ਼ਾਹ ਮਹਾਰਾਜ ਉਹਦੇ ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨੂੰ ਬਚਾ ਨਾ ਲੈਂਦੇ। ਕਹਿੰਦਾ ਕਈ ਯੁੱਗ ਲੰਘ ਜਾਣਗੇ ਪਰ ਕਲਗੀਧਰ ਪਾਤਸ਼ਾਹ ਦਾ ਕਰਜ਼ਾ ਹਿੰਦੁਸਤਾਨ ਦੀ ਧਰਤੀ ਲਾ ਨਹੀਂ ਸਕੇਗੀ। ਬੜੀ ਬੇਬਾਕੀ ਨਾਲ, ਬੜੀ ਦਲੇਰੀ ਨਾਲ ਉਹ ਇਹ ਵੀ ਗੱਲ ਕਹਿੰਦਾ ਹੈ ਕਿ ਇਸ ਦੇਸ਼ ਦੀ ਕਿਸਮਤ ਨੂੰ ਬ੍ਰਾਹਮਣ ਇਸ ਤਰ੍ਹਾਂ ਚੰਬੜਿਆ ਹੋਇਆ ਹੈ ਜਿਵੇਂ ਕਿਸੇ ਜੀਵ ਨੂੰ ਕੋਈ ਲਹੂ ਪੀਣੀ ਜੋਕ ਚੰਬੜੀ ਹੁੰਦੀ ਹੈ। ਕਹਿੰਦਾ ਇਸ ਦੇਸ਼ ਦੀ ਤਕਦੀਰ ਦੇ ਗੁਲਾਮ ਹੋਣ ਵਿੱਚ ਇਸ ਬ੍ਰਾਹਮਣ ਦਾ, ਇਸ ਪੁਜਾਰੀਵਾਦ ਦਾ, ਜਿਨ੍ਹਾਂ ਜਾਤਾਂ ਪਾਤਾਂ ਦੇ ਆਧਾਰ ਤੇ ਵੰਡ ਕੇ ਇਸ ਦੇਸ਼ ਨੂੰ ਬਰਬਾਦ ਕੀਤਾ, ਬਹੁਤ ਵੱਡਾ ਹਿੱਸਾ ਹੈ। ਤੋਂ ਖੈਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਰਖਲਾਫ ਸੈਦ ਖਾਨ ਪਰਵਾਨਾ ਲੈ ਕੇ ਆਇਆ। ਇੱਕ ਵੱਡੀ ਫੌਜ ਨੂੰ ਦਿੱਲੀੋਂ ਮਿਲੀ ਤੇ ਉਹ ਫੌਜ ਦੀ ਕਮਾਂਡ ਕਰਦਾ ਹੋਇਆ ਅਨੰਦਪੁਰ ਦੀ ਧਰਤੀ ਵੱਲੋਂ ਵਧਿਆ। ਸਾਡੇ ਇਤਿਹਾਸਕਾਰਾਂ ਲਿਖਿਆ ਹੈ ਕਿ ਜਦ ਇੱਧਰ ਨੂੰ ਉਹ ਆਇਆ ਤੇ ਉਹਦੇ ਰਸਤੇ ਵਿੱਚ ਸਡੌਰਾ ਆਇਆ। ਇੱਥੇ ਉਹਨੇ ਪੜਾਅ ਕੀਤਾ, ਇੱਥੇ ਆਪਣੀਆਂ ਫੌਜਾਂ ਨੂੰ ਠਹਿਰਾਇਆ ਤੇ ਫੌਜਾਂ ਨੂੰ ਕੈਂਪ ਵਿੱਚ ਛੱਡ ਕੇ ਆਪ ਕੁਝ ਨਿੱਜੀ ਬੰਦਿਆਂ ਨੂੰ ਨਾਲ ਲੈ ਕੇ ਉਹ ਆਪਣੀ ਭੈਣ ਨੂੰ ਮਿਲਣ ਵਾਸਤੇ ਆਇਆ, ਯਾਨੀ ਪੀਰ ਬਦਰ ਉਦ ਦੀਨ, ਪੀਰ ਬੁੱਧੂ ਸ਼ਾਹ, ਜਿਨੇ ਭੰਗਾਣੀ ਦੇ ਯੁੱਧ ਵਿੱਚ ਮਹਾਰਾਜ ਦੀ ਬਹੁਤ ਵੱਡੀ ਅਮਦਾਦ ਕੀਤੀ ਸੀ। ਕਿਉਂਕਿ ਉਹਦੀ ਜ਼ਮਾਨਤ ਤੇ ਰੱਖੇ ਹੋਏ 5 ਪਠਾਨਾਂ ਵਿੱਚੋਂ 4 ਭੱਜ ਗਏ ਸੀ ਤੇ ਕਾਲੇ ਖਾਨ ਕੈਮਰਿਆ ਸੀ, ਤੇ ਉਸ ਗਰੰਟੀ ਵਜੋਂ ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤਰਾਂ ਦੀਆਂ ਸ਼ਹਾਦਤਾਂ ਦੇ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਵਫਾਦਾਰੀ ਪਾਲੀ ਸੀ। ਹੁਣ ਸੈਦ ਖਾਨ ਇਸ ਕਰਕੇ ਨਸੀਰਾਂ ਕੋਲ ਆਇਆ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜ ਕੇ ਮੈਦਾਨੇ ਜੰਗ ਵਿੱਚ ਜਿੱਤਣਾ ਕੋਈ ਸੌਖੀ ਬਾਤ ਨਹੀਂ ਹੈ। ਇਸ ਕਰਕੇ ਕੋਈ ਦੁਆ, ਕੋਈ ਆਪਣੀ ਭੈਣ ਦੀ ਅਮਦਾਦ ਲੈ ਸਕਾਂ। ਜਦ ਆ ਕੇ ਮਿਲਿਆ, ਉਹਨੇ ਆਪਣੀ ਭੈਣ ਨੂੰ ਆਉਣ ਦਾ ਕਾਰਨ ਦੱਸਿਆ, ਕਿਉਂਕਿ ਉਹਨੇ ਪੁੱਛਿਆ ਸੀ ਸੈਦ ਖਾਨਾ ਬੜੇ ਚਿਰ ਬਾਅਦ ਦਰਸ਼ਨ ਹੋਏ ਨੇ। ਇਹਨੇ ਆਖਿਆ ਸੀ ਮਿਲਣ ਵੀ ਆਇਆ ਤੇ ਤੇਰੇ ਗੋਚਰਾ ਇੱਕ ਕੰਮ ਵੀ ਹੈ। ਉਹਨੇ ਆਖਿਆ ਉਹ ਕਿਹੜਾ ਕੰਮ ਹੈ ਜੋ ਮੈਂ ਕਰ ਸਕਦੀ ਹਾਂ? ਇਹਨੇ ਆਖਿਆ ਤੂੰ 5 ਵਕਤ ਦੀ ਨਮਾਜ਼ਣ ਹੈ, ਦਰਵੇਸ਼ ਔਰਤ ਹੈ, ਪਵਿੱਤਰ ਆਤਮਾ ਹੈ, ਖੁਦਾ ਦੀ ਇਬਾਦਤ ਕਰਨ ਵਾਲੀ ਹੈ, ਤੇ ਮੈਂ ਸੁਣਿਆ ਅੱਲਾਹ ਤਾਲਾ ਦੀ ਇਬਾਦਤ ਕਰਨ ਵਾਲੇ ਜਦ ਕਦੇ ਅਰਦਾਸ ਜਾਂ ਦੁਆ ਕਰਦੇ ਨੇ ਤਾਂ ਖੁਦਾ ਉਹਨਾਂ ਤੇ ਮਿਹਰਬਾਨ ਹੁੰਦਾ ਹੈ।
ਇਸ ਕਰਕੇ ਮੇਰੇ ਵਾਸਤੇ ਇੱਕ ਦੁਆ ਕਰ। ਕਹਿੰਦੀ ਲੰਮੀ ਉਮਰ ਹੋਵੇ, ਧਨ ਦੌਲਤ ਮੰਗਾ, ਵੱਡੀ ਜਗੀਰ ਜਾਂ ਬਾਦਸ਼ਾਹੀ ਲੈ ਦਿਆਂ ਖੁਦਾ ਤੋਂ। ਇਹਨੇ ਆਖਿਆ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਅੱਜ ਇਹ ਦੁਆ ਕਰ ਕਿ ਅੱਲਾਹ ਤਾਲਾ ਦੀ ਕਿਰਪਾ ਨਾਲ ਤੇਰਾ ਭਰਾ ਸ਼ਾਹਿਦ ਖਾਨ ਕਲਗੀਆਂ ਵਾਲੇ ਪਾਤਸ਼ਾਹ ਨੂੰ ਜਿਉਂਦਿਆਂ ਪਕੜ ਕੇ ਮੈਦਾਨੇ ਜੰਗ ਵਿੱਚ ਤੇ ਔਰੰਗਜ਼ੇਬ ਦੀ ਕਚਹਿਰੀ ਵਿੱਚ ਪੇਸ਼ ਕਰ ਸਕੇ। ਖਾਲਸਾ ਜੀ, ਬਾਜਾਂ ਵਾਲੇ ਪਾਤਸ਼ਾਹ ਦਾ ਨਾਂ ਸੁਣਿਆ ਤੇ ਰੋਮ ਰੋਮ ਵਿੱਚ प्यार दियां चरनाटा छिड़ गईयां। मोहब्बत करने के लिए चंद दिल ही महसूस होते हैं, जे वो नगमा है जो हर ताल पे गाया नहीं जा सकता। प्रेम सी कहन लगी सैयद खाना, हुण पता लगा है भी तू आया किहड़े काम है, पर याद रख जे तू हुण मेरे घर आ गया, जे तू मैनू आपदी भैन समझदा है ते मेरी सिक्ख्या तैनू ये है कि कलगीधर पातशाह महाराज उत्ते हमला ना करें। कहंदा क्यों? वो कहंदी वो तां अल्लाह ताला दा रूप है, वो तां सारे धर्मां दा सांझा रहबर है, ओदा किसे नाल वैर नहीं, वो तां प्यार दी मूरत है, ओदी मेहर दी निगाह डुब्बियां नूं तार देंदी है, वो तां इस संसार दा मालक है। एवें भुलेखे विच ओदे ते हमला ना करें। ओदे घर उत्ते हमला करन दा मतलब है अल्लाह ताला नाल नाराजगी सहेड़नी, खुदा दे घर उत्ते हमला करना। इस करके मेरे वीर इथों मुड़ जा, जां गुरु गोबिंद सिंह को जाके खिमा मंग लै, अपनी जिंदगी बंदगी विच गुजार। एवें नशे विच हंकार विच किते उस जिउंदे जागदे खुदा नाल मत्था ना ला के बह जाए, मारिया जाएगा। आओ हंकार विच आए हुए शहीद खान नूं जिवें ओदी वड्डी भैन नसीरा देवी भी जिन्हों असीं कहने उन्हें बड़े प्यार नाल गुरु गोबिंद सिंह महाराज जी की तारीफ करदिआं अपने भरा नूं सीधे रस्ते पाउण दा यतन कीता। की कह रही है नसीरा? बड़े प्यार नाल सुणो, इन्हां शब्दां विच इउं बेनती कीती जा रही है। रोक नसीरा सैद खान नूं कहंदी आ, ना जा एदां चढ़ के हो के लैंदी आ, वे वीरा ना जा एदां चढ़ के हो के लैंदी आ। सुन ले मेरी गल ते दिलों भुलावी ना, दसवें गुर नाल वैर कदे भी पावी ना, वे वीरा दसवें गुर नाल वैर कदे भी पावी ना। रोक नसीरा सैद खान नूं कहंदी आ, ना जा एदां चढ़ के हो के लैंदी आ, वे वीरा ना जा एदां चढ़ के हो के लैंदी आ। सुन ले मेरी गल ते दिलों भुलावी ना, दसवें गुर नाल वैर कदे भी पावी ना, वे वीरा दसवें गुर नाल वैर कदे भी पावी ना। माता जाया लगदे वीर मेरा, तू अम्मा दा जाया लगदे वीर मेरा, ओ है रूप खुदा दा गोबिंद पीर मेरा, बेवीरा ओ है रूप खुदा दा गोबिंद पीर मेरा। अल्लाह दे घर उत्ते फौज चढ़ावी ना, दसवें गुर नाल वैर कदे भी पावी ना, वे वीरा दसवें गुर नाल वैर कदे भी पावी ना। नाल किसे दे ना कोई उसदा वैल दिसे, ओदियां नजरां विच ना कोई भी गैर दिसे, वे वीरा ओदियां नजरां विच ना कोई भी गैर दिसे। ओह दया दी मूरत हथ उठावी ना, ओह दया दी मूरत हथ उठावी ना, दसवें गुर नाल वैर कदे भी पावी ना, वे वीरा दसवें गुर नाल वैर कदे भी पावी ना। दर्शन करके पाप जुगां दे ले जांदे, तर जांदे जो चरनी उस दे पै जांदे, वे वीरा तर जांदे जो चरनी उस दे पै जांदे। लोकां आखे लग के मोहरा खावी ना, दसवें गुर नाल वैर कदे भी पावी ना, वे वीरा दसवें गुर नाल वैर कदे भी पावी ना। औरंगजेब दा राज सदाए रहना नहीं, ओस आई मंदिर तैथों टहना नहीं, बेवीरा ओस आई मंदिर तैथों टहना नहीं। गैरां दे
ਰਥ ਚੜ ਕੇ ਆਤਮ ਚਾਵੀ ਨਾ, ਦਸਵੇਂ ਗੁਰ ਨਾਲ ਵੈਰ ਕਦੇ ਵੀ ਪਾਵੀ ਨਾ। ਵੇ ਵੀਰਾ ਦਸਵੇਂ ਗੁਰ ਨਾਲ ਵੈਰ ਕਦੇ ਵੀ ਪਾਵੀ ਨਾ। ਮੈਂ ਉਸ ਦੇ ਚਰਨੀ ਲਾਏ ਨੇ, ਦੋ ਪੁੱਤਰ ਮੈਂ ਉਸ ਦੇ ਚਰਨੀ ਲਾਏ ਨੇ, ਉਸ ਦੇ ਪਿਆਰ ਦੀ ਖਾਤਰ ਭੇਟ ਚੜਾਏ ਨੇ। ਵੇ ਵੀਰਾ ਉਸ ਦੇ ਪਿਆਰ ਦੀ ਖਾਤਰ ਭੇਟ ਚੜਾਏ ਨੇ। ਓ ਮਸਾ ਬਣੀ ਹੈ ਸਾਜ ਤੂੰ ਤੋੜ ਵਖਾਵੀ ਨਾ। ਮਸਾ ਬਣੀ ਹੈ ਸਾਜ ਤੂੰ ਤੋੜ ਵਖਾਵੀ ਨਾ, ਦਸਵੇਂ ਗੁਰ ਨਾਲ ਵੈਰ ਕਦੇ ਵੀ ਪਾਵੀ ਨਾ। ਵੇ ਵੀਰਾ ਦਸਵੇਂ ਗੁਰ ਨਾਲ ਵੈਰ ਕਦੇ ਵੀ ਪਾਵੀ ਨਾ। ਉਹ ਹੈ ਅਮਨ ਪੁਜਾਰੀ ਵਾਦਾ ਕਰਦੇ ਨਹੀਂ, ਜੇ ਕੋਈ ਕਰੇ ਵਧੀਕੀ ਤਾਂ ਫਿਰ ਜਲਦੇ ਨਹੀਂ। ਵੀਰਾ ਜੇ ਕੋਈ ਕਰੇ ਵਧੀਕੀ ਤਾਂ ਫਿਰ ਜਲਦੇ ਨਹੀਂ। ਸੁੱਤਾ ਸ਼ੇਰ ਜਗਾ ਕੇ ਕਲਾ ਵਧਾਵੀ ਨਾ, ਦਸਵੇਂ ਗੁਰ ਨਾਲ ਵੈਰ ਕਦੇ ਵੀ ਪਾਵੀ ਨਾ। ਵੇ ਵੀਰਾ ਦਸਵੇਂ ਗੁਰ ਨਾਲ ਵੈਰ ਕਦੇ ਵੀ ਪਾਵੀ ਨਾ। ਆਖੇ ਲੱਗ ਜਾ ਮੰਨ ਲੈ ਤੂੰ ਗੱਲ ਮੇਰੀ ਵੇ, ਮੁੜ ਜਾ ਇਥੋਂ ਵਾਪਸ ਕਰਨਾ ਦੇਰੀ ਵੇ। ਵੇ ਵੀਰਾ ਮੁੜ ਜਾ ਇਥੋਂ ਵਾਪਸ ਕਰਨਾ ਦੇਰੀ ਵੇ। ਭਾਗੋ ਵਾਲੀਆਂ ਵੇਖੀ ਫਿਰ ਪਛਤਾਵੀ ਨਾ, ਭਾਗੋ ਵਾਲੀਆਂ ਵੇਖੀ ਫਿਰ ਪਛਤਾਵੀ ਨਾ। ਦਸਵੇਂ ਗੁਰ ਨਾਲ ਵੈਰ ਕਦੇ ਵੀ ਪਾਵੀ ਨਾ। ਵੇ ਵੀਰਾ ਦਸਵੇਂ ਗੁਰ ਨਾਲ ਵੈਰ ਕਦੇ ਵੀ ਪਾਵੀ ਨਾ। ਕੌਣ ਕਹਿੰਦਾ ਹੈ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਸੰਘਰਸ਼ ਕਿਸੇ ਮਜ਼ਹਬ ਦੇ ਖਿਲਾਫ ਸੀ, ਕਿਸੇ ਧਰਮ ਦੇ ਖਿਲਾਫ ਸੀ? ਬਿਲਕੁਲ ਨਹੀਂ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਸੰਘਰਸ਼, ਉਹਨਾਂ ਦਾ ਇਨਕਲਾਬ ਜ਼ੁਲਮ ਦੇ ਖਿਲਾਫ ਸੀ, ਤੇ ਜ਼ੁਲਮ ਕਰਨ ਵਾਲੇ ਦਾ ਕੋਈ ਵੀ ਧਰਮ ਨਹੀਂ ਹੁੰਦਾ। ਨਸੀਰਾਂ ਪੀਰ ਬੁੱਧੂ ਸ਼ਾਹ ਦੀ ਧਰਮ ਸਪਤਨੀ ਹੈ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਿਆਰ ਤੋਂ ਵਿਕੀ ਹੋਈ ਹੈ। ਔਰ ਜਦ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਰੀਫ ਆਪਣੀ ਸ਼ਰਧਾ ਭਾਵਨਾ ਦੇ ਦ੍ਰਿਸ਼ਟੀਕੋਣ ਤੋਂ ਕੀਤੀ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਉਂਦਾ ਜਾਗਦਾ ਖੁਦਾ ਕਹਿ ਦਿੱਤਾ, ਤੇ ਸੈਦ ਖਾਨ ਸੋਚਣ ਵਾਸਤੇ ਮਜਬੂਰ ਹੋ ਗਏ। ਪੱਥਰ ਦਾ ਬੁੱਤ ਬਣ ਗਿਆ। ਇੰਨੀ ਵੱਡੀ ਹਸਤੀ ਹੈ, ਇੰਨੀ ਵੱਡੀ ਸ਼ਖਸੀਅਤ ਹੈ, ਏਡੀ ਅਜੀਮ ਹਸਤੀ ਜਿਹਦੇ ਨਾਲ ਮੇਰਾ ਵਾਹ ਪੈ ਰਿਹਾ ਹੈ, ਪਰ ਅੰਦਰੋਂ ਹੰਕਾਰ ਬੋਲਿਆ, ਮਿੱਤਰਾ ਔਰੰਗਜ਼ੇਬ ਨੇ ਤੇਰੇ ਤੇ ਭਰੋਸਾ ਕੀਤਾ ਹੈ, ਐਵੇਂ ਭੈਣ ਦੀਆਂ ਗੱਲਾਂ ਪਿੱਛੇ ਲੱਗ ਕੇ ਫੈਸਲਾ ਨਾ ਬਦਲ ਲਵੇਂ। ਔਰ ਸੱਚਮੁੱਚ ਹੰਕਾਰ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ। ਇਸ ਤੋਂ ਅੱਗੇ ਸੈਦ ਖਾਨ ਦਾ ਇਹ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਤੁਹਾਡੇ ਨਾਲ ਨਿਪਰੇ ਚੜਾਵਾਂਗੇ, ਕਿਉਂਕਿ ਸਮੇਂ ਦੀ ਬੰਦਸ਼ ਹੈ। ਸਾਰੀ ਗੁਰੂ ਕੀ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਵੀਰ ਸਾਬੀ ਜੀ ਜਿਹੜੇ ਲੋਕ ਰੰਗ ਚੈਨਲ ਚਲਾ ਰਹੇ ਨੇ ਢਾਡੀਆਂ ਕਵੀਸ਼ਰਾਂ ਦਾ, ਉਹਨਾਂ ਦਾ ਕਲੋਨਾ ਤੋਂ ਮੈਨੂੰ ਫੋਨ ਆਇਆ ਸੀ ਕਿ ਨਿਤਾ ਪ੍ਰਤੀ ਗੁਰੂ ਕੀ ਸੰਗਤ ਸਰਵਣ ਕਰਦੀ ਹੈ ਚੈਨਲ ਪੰਜਾਬੀ ਦੇ ਮਾਧਿਅਮ ਰਾਹੀਂ। ਬਹੁਤ ਸਾਰੀ ਗੁਰੂ ਕੀ ਸੰਗਤ, ਉਹਨਾਂ ਦੇ ਦਿਲ ਅੰਦਰ ਇਹ ਭਾਵ ਵੀ ਪ੍ਰਗਟ ਹੁੰਦਾ ਵੀ ਗੁਰੂ ਕੀ ਬਾਣੀ ਦੇ ਸ਼ਬਦ ਦਾ ਸਤਿਕਾਰ ਕਰੀਏ, ਗੁਰੂ ਕੇ ਇਤਿਹਾਸ ਦਾ ਸਤਿਕਾਰ ਕਰੀਏ, ਕਿਉਂਕਿ ਬੁਲਾਰਿਆਂ ਦਾ ਮਾਣ ਤਾਣ ਕਰਨਾ ਸੰਗਤ ਆਪਣੀ ਨਿੱਜੀ ਜ਼ਿੰਦਗੀ ਦਾ ਇੱਕ ਫਰਜ਼ ਸਮਝਦੀ ਹੈ। ਤਾਂ ਕੁਝ ਵੀਰਾਂ ਨੇ ਬਾਬਾ ਗੁਰਚਰਨ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ, ਉਹਨਾਂ ਨੂੰ ਅਚੇਚੇ ਤੌਰ ਤੇ ਆਣ ਕੇ ਕਿਹਾ ਵੀ ਹੈ ਕਿ ਕੋਈ ਸਾਨੂੰ ਅਕਾਊਂਟ ਨੰਬਰ ਦਿਓ, ਕੋਈ ਢੰਗ ਦੱਸੋ ਜਿਹਦੇ ਨਾਲ ਅਸੀਂ ਘਰ ਬਹਿ ਕੇ ਸੇਵਾ ਕਰ ਸਕੀਏ, ਕਿਉਂਕਿ ਅੱਜ ਕੱਲ ਇਸ ਤਰ੍ਹਾਂ ਦੇ ਸਾਡੇ ਕੋਲ ਸਾਧਨ ਆ ਗਏ ਨੇ, ਜੇ ਅਸੀਂ ਕਿਸੇ ਦੀ ਇਮਦਾਦ ਕਰਨੀ ਹੋਵੇ ਤਾਂ ਘਰ ਬੈਠਿਆਂ ਵੀ ਕਰ ਸਕਦੇ ਹਾਂ। ਕੁਝ ਸੱਜਣਾ ਨੇ ਮਾਇਆ ਰੂਪੀ ਹੌਸਲਾ ਦੇ ਕੇ ਸਾਡਾ ਮਾਣ ਵੀ ਵਧਾਇਆ। ਵੈਸੇ ਹੈ ਤਾਂ ਇਹ ਸਾਡੀ ਡਿਊਟੀ ਹੈ, ਇੱਕ ਸਾਡਾ ਫਰਜ਼ ਹੈ। ਸਤਿਗੁਰ ਨੇ ਸਾਨੂੰ ਕਲਾ ਦਿੱਤੀ ਹੈ, ਉਸ ਕਲਾ ਦੇ ਨਾਲ ਤੁਹਾਡੀ ਸੇਵਾ ਕਰਨੀ, ਤੁਹਾਡੀ ਖਿਦਮਤ ਕਰਨੀ, ਇਹ ਸਾਡਾ ਬੁਲਾਰਿਆਂ ਦਾ ਫਰਜ਼ ਹੈ। ਪਰ ਜੀਵਨ ਦੀਆਂ ਲੋੜਾਂ ਉਹ ਤਾਂ ਬਈ ਸਾਰਿਆਂ ਵਾਸਤੇ ਹੁੰਦੀਆਂ ਨੇ,
ਕਿਉਂਕਿ ਇਹਨਾਂ ਚੀਜ਼ਾਂ ਨਾਲ ਹੀ ਹਰ ਬੁਲਾਰੇ ਦੇ ਘਰ ਦਾ ਜੋ ਜੀਵਨ ਨਿਰਵਾਹ ਉਹ ਚੱਲਦਾ ਹੈ। ਤਾਂ ਪ੍ਰਬੰਧਕਾਂ ਨੂੰ ਬੇਨਤੀ ਕਰਾਂਗੇ ਕੋਈ ਨਾ ਕੋਈ ਜ਼ਰੂਰ ਉਪਰਾਲਾ ਕਰਨਗੇ, ਉਹ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰ ਸਕਣ। ਤੋਂ ਹੁਣ ਬਾਬਾ ਜੀ ਹੁਣੀ ਅਗਲਾ ਪ੍ਰੋਗਰਾਮ ਤੁਹਾਨੂੰ ਦੱਸਣਗੇ, ਉਹਨਾਂ ਤੋਂ ਬੜੇ ਪ੍ਰੇਮ ਨਾਲ ਸਰਵਣ ਕਰੋ। ਔਰ ਗਿਆਨੀ ਹੰਸਾ ਸਿੰਘ ਜੀ ਜਵੰਦਾ ਬੀਬੀਆਂ ਮਲੇਰਕੋਟਲੇ ਵਾਲੀਆਂ, ਉਹਨਾਂ ਦਾ ਢਾਡੀ ਜੱਥਾ ਵੀ ਰੋਜ਼ ਹਾਜ਼ਰੀ ਭਰਦਾ ਹੈ। ਔਰ ਸਾਰੀ ਮੈਨੇਜਮੈਂਟ ਕਮੇਟੀ ਪ੍ਰਧਾਨ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਧਾਮੀ, ਸਰਦਾਰ ਜਸਵੀਰ ਸਿੰਘ ਜੀ, ਜਿੰਨੇ ਵੀ ਬਈ ਮੈਂਬਰ ਨੇ, ਔਰ ਸਭ ਤੋਂ ਵੱਧ ਗੁਰੂ ਕੀ ਸੰਗਤ ਜੋ ਸਹਿਯੋਗ ਦੇ ਰਹੀ ਹੈ, ਕਿਉਂਕਿ ਵੱਡਾ ਕਾਰਜ ਕਰ ਰਹੇ ਨੇ। ਲੰਗਰ ਇਹਨਾਂ ਬੰਦ ਨਹੀਂ ਕੀਤਾ, ਰੋਜ਼ਾਨਾ ਸਟੂਡੈਂਟ ਆਉਂਦੇ ਨੇ ਔਰ ਲੰਗਰ ਪੈਕ ਹੋਇਆ ਹੁੰਦਾ ਹੈ, ਉਹ ਲਿਜਾ ਕੇ ਆਪਣੀ ਗੱਡੀ ਵਿੱਚ ਬਹਿ ਕੇ ਘਰ ਵਿੱਚ ਜਾ ਕੇ ਛਕ ਲੈਂਦੇ ਨੇ। ਹਸਪਤਾਲ ਵਿੱਚ ਲੰਗਰ ਜਾ ਰਿਹਾ ਗੁਰਦੁਆਰਾ ਦਸ਼ਮੇਸ਼ ਦਰਬਾਰ ਵੱਲੋਂ, ਵੱਡੇ ਇਹਨਾਂ ਦੇ ਉਪਰਾਲੇ ਨੇ। ਉਹਦੇ ਨਾਲ ਨਾਲ ਆ ਇਹਨਾਂ ਦੀ ਵੀ ਇੱਕ ਬੜੀ ਵੱਡੀ ਲੋੜ ਸੀ ਕਿ ਅਸੀਂ ਗੁਰੂ ਕੀ ਸੰਗਤ ਦੀ ਆਤਮਿਕ ਖੁਰਾਕ ਜਿਹੜੀ ਹੈ ਉਹ ਸਟੇਜ ਲਾ ਕੇ ਲਾਈਵ ਪ੍ਰੋਗਰਾਮ ਰਾਹੀਂ ਉਹਨਾਂ ਦੇ ਨਾਲ ਉਹ ਵੀ ਸਾਂਝ ਪਾ ਸਕੀਏ, ਤਾਂ ਕਿ ਇਹ ਇਤਿਹਾਸ ਦਾ ਪ੍ਰਵਾਹ ਚੱਲਦਾ ਰਹੇ। ਬੇਸ਼ੱਕ ਸਮਾਂ ਮਾਹੌਲ ਇਦਾਂ ਦਾ ਹੈ, ਮਹਾਰਾਜ ਕਿਰਪਾ ਕਰਨਗੇ ਠੀਕ ਹੋਵੇਗਾ, ਫਿਰ ਰੌਣਕਾਂ ਉਸੇ ਤਰ੍ਹਾਂ ਗੁਰਦੁਆਰਿਆਂ ਵਿੱਚ ਲੱਗਣਗੀਆਂ। ਪਰ ਹਾਲੇ ਜਿੰਨੇ ਦਿਨ ਇਹ ਮਾਹੌਲ ਹੈ ਉਹਨੇ ਦਿਨ ਇਸੇ ਤਰ੍ਹਾਂ ਲਾਈਵ ਪ੍ਰੋਗਰਾਮ ਰਾਹੀਂ ਅਸੀਂ ਤੁਹਾਡੇ ਘਰਾਂ ਤੱਕ ਤੁਹਾਡੀਆਂ ਦਲੀਜਾਂ ਤੇ ਪਹੁੰਚਦੇ ਰਵਾਂਗੇ। ਹੋਈਆਂ ਭੁੱਲਾਂ ਦੀ ਖਿਮਾ ਜੀ ਭਾਗੋ ਵਾਲੀਆ ਜਥਾ ਆਪ ਜੀ ਤੋਂ ਆਗਿਆ ਚਾਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।